हुक्मी होवन आकार, हुक्म न कहा जाय। हुक्मी होवन जी, हुक्म मिलाए बड़ाई। हुक्मी उत्तम नीच, हुक्म लिख दुख सुख पाया है। एक ना हुक्मी बख्शीस, एक हुक्मी सदा पवाई है। हुक्म अंदर सबको, बाहर हुक्म न कोए। नानक हुक्म जे बुझै, ताहों मैं कहे न कोई। खालसा जी पहली पौड़ी ਦੀ ਵਿਚਾਰ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਰਮ ਸਿੰਘ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਡੇ ਸਾਹਮਣੇ ਰੱਖੀ। ਆਓ ਦੂਜੀ ਪੌੜੀ ਦੀ ਵਿਚਾਰ ਸਰਵਨ ਕਰੀਏ। ਪਹਿਲੀ ਪੌੜੀ ਵਿੱਚ ਕਿਉਂ ਸਚਾਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ। यदि मनुख ਨੂੰ ਪਰਮਾਤਮਾ ਦੇ ਨਾਲ ਮਿਲਣਾ ਹੈ ਤਾਂ ਝੂਠ ਦੀ ਕੰਧ ਨੂੰ ਗਿਰਾਣਾ ਹੋਏਗਾ। ਇਸ ਝੂਠ ਦੀ ਕੰਧ ਨੂੰ ਗਿਰਾਉਣ ਦਾ ਤਰੀਕਾ ਦੂਜੀ ਪੌੜੀ ਦੇ ਅੰਦਰ ਸਤਿਗੁਰੂ ਜੀ ਦੱਸਦੇ ਹਨ ਅਤੇ ਇਸ ਪੌੜੀ ਦੇ ਅੰਦਰ ਹੁਕਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਪੌੜੀ ਦਾ ਕੇਂਦਰ ਬਿੰਦੂ ਹੁਕਮ ਹੈ। ਹੁਕਮ ਦਾ ਮਤਲਬ ਦਾ ਕਾਸਮਿਕ ਲਾ, ਉਹ ਜੋ ਸਾਰੇ ਜੀਵਾਂ ਨੂੰ ਚਲਾਉਣ ਵਾਲਾ ਮਹਾਨਿਯਮ। ਹੁਕਮ ਦਾ ਅਰਥ ਇਹੀ ਹੈ। ਹੁਕਮ ਨੂੰ ਵੇਦਾਂ ਵਿੱਚ ਰਿਤ ਕਿਹਾ ਹੈ, ਲਾਓਸੇ ਨੇ ਤਾਓ ਕਿਹਾ ਹੈ, ਬੁੱਧ ਨੇ ਧੰਮ, ਮਹਾਵੀਰ ਨੇ ਧਰਮ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਨੂੰ ਹੁਕਮ ਕਿਹਾ ਹੈ। ਖਾਲਸਾ ਜੀ ਇਸ ਹੁਕਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੀਵਨ ਜਿਉਣ ਦੇ ਦੋ ਢੰਗ ਹਨ। ਇੱਕ ਢੰਗ ਹੈ ਸੰਘਰਸ਼ ਦਾ, ਦੂਜਾ ਢੰਗ ਹੈ ਸਮਰਪਣ ਦਾ। ਸੰਘਰਸ਼ ਦਾ ਮਤਲਬ ਮੇਰੀ ਮਰਜ਼ੀ ਸਮਗਰ ਦੀ ਮਰਜ਼ੀ ਤੋਂ ਵੱਖ ਹੈ ਅਤੇ ਸਮਰਪਣ ਦਾ ਮਤਲਬ ਮੇਰੀ ਮਰਜ਼ੀ ਦੇ ਵੱਖਰੇ ਹੋਣ ਦਾ ਕੋਈ ਸਵਾਲ ਹੀ ਨਹੀਂ ਹੈ। ਅਰਥਾਤ ਜੋ ਕੁਝ ਵੀ ਹੋਏਗਾ ਉਸ ਦੀ ਮਰਜ਼ੀ ਦੇ ਨਾਲ ਹੋਏਗਾ, ਮੇਰੀ ਮਰਜ਼ੀ ਦੇ ਨਾਲ ਨਹੀਂ ਹੋਏਗਾ। ਸੰਘਰਸ਼ ਅਸ਼ਾਂਤੀ ਪੈਦਾ ਕਰਦਾ ਹੈ, ਸਮਰਪਣ ਆਨੰਦ ਪੈਦਾ ਕਰਦਾ ਹੈ। ਇਸਲਾਮ ਸਾਹਿਤ ਦੀ ਇੱਕ ਸੁੰਦਰ ਕਥਾ ਹੈ ਕਿ ਇੱਕ ਵਾਰੀ ਹਜ਼ਰਤ ਅਲੀ ਨੇ ਮੁਹੰਮਦ ਸਾਹਿਬ ਨੂੰ ਪੁੱਛਿਆ ਕਿ ਪਰਮਾਤਮਾ ਹੀ ਖੁਦ ਸਭ ਕੁਝ ਕਰਦਾ ਹੈ ਜਾਂ ਮਨੁੱਖ ਵੀ ਕੁਝ ਕਰ ਸਕਦਾ ਹੈ। ਮੁਹੰਮਦ ਸਾਹਿਬ ਕਹਿਣ ਲੱਗੇ, ਅਲੀ ਇਸ ਪ੍ਰਸ਼ਨ ਦਾ ਉੱਤਰ ਮੈਂ ਇਸ ਵਕਤ ਨਹੀਂ ਦੇ ਸਕਦਾ, ਤੂੰ ਮੇਰੇ ਸ਼ਬਦਾਂ ਨੂੰ ਨਹੀਂ ਸਮਝ ਸਕੇਗਾ, ਬਾਅਦ ਵਿੱਚ ਦੇਵਾਂਗਾ। ਪਰ ਹਜ਼ਰਤ ਅਲੀ ਕਹਿੰਦੇ ਕਿ ਪਿਆਸ ਮੈਨੂੰ ਹੁਣ ਲੱਗੀ ਹੈ, ਹੁਣ ਹੀ ਮੇਰੇ ਪ੍ਰਸ਼ਨ ਦਾ ਉੱਤਰ ਦਿਓ। ਮੁਹੰਮਦ ਸਾਹਿਬ ਕਹਿਣ ਲੱਗੇ, ਠੀਕ ਹੈ, ਤੁਸੀਂ ਆਪਣਾ ਇੱਕ ਪੈਰ ਉੱਪਰ ਕਰੋ। ਹਜ਼ਰਤ ਅਲੀ ਨੇ ਆਪਣਾ ਸੱਜਾ ਪੈਰ ਉੱਪਰ ਕੀਤਾ। ਮੁਹੰਮਦ ਸਾਹਿਬ ਕਹਿਣ ਲੱਗੇ, ਅਲੀ ਹੁਣ ਖੱਬਾ ਪੈਰ ਵੀ ਉੱਪਰ ਕਰੋ। ਅਲੀ ਕਹਿੰਦਾ, ਇਹ ਨਹੀਂ ਹੋ ਸਕਦਾ। ਮੁਹੰਮਦ ਸਾਹਿਬ ਕਹਿਣ ਲੱਗੇ, ਬਸ ਪਰਮਾਤਮਾ ਨੇ ਵੀ ਇਹੀ ਕੁਛ ਕੀਤਾ ਹੋਇਆ ਹੈ। ਪਰਮਾਤਮਾ ਦੇ ਹੱਥ ਵਿੱਚ ਸਭ ਕੁਝ ਹੈ, ਬੰਦਾ ਕਿਸੇ ਸੀਮਾ ਤੱਕ ਕਰ ਸਕਦਾ ਹੈ। ਹੁਕਮੀ ਹੋਣ ਆਕਾਰ, ਹੁਕਮ ਨਾ ਕਹਿਆ ਜਾਈ। ਉਹਦੇ ਹੁਕਮ ਦੇ ਅੰਦਰ ਹੀ ਪਰਬਤ, ਸਾਗਰ, ਖੰਡ, ਬ੍ਰਹਮੰਡ ਬਣੇ ਹਨ ਅਤੇ ਉਸਦੇ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ, ਕਿਉਂਕਿ ਜਿਸਦਾ ਹੁਕਮ ਚੱਲਦਾ ਹੈ ਉਹ ਹੁਕਮ ਚਲਾਉਣ ਵਾਲਾ ਮਹਾਂ ਸ਼ਕਤੀਸ਼ਾਲੀ ਹੈ। ਇਸ ਕਰਕੇ ਉਸਦੇ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਵਨ ਜੀ, ਹੁਕਮ ਮਿਲਾਏ ਵਡਿਆਈ। ਸਾਰੇ ਜੀਵਾਂ ਦੀ ਉਤਪਤੀ ਉਸਦੇ ਹੁਕਮ ਦੇ ਅੰਦਰ ਹੀ ਹੋਈ ਹੈ ਔਰ ਜੇਕਰ ਜੀਵਾਂ ਨੂੰ ਉਹ ਵਡਿਆਈ ਦਿੰਦਾ ਹੈ
ਤਾਂ ਆਪਣੇ ਹੁਕਮ ਦੇ ਮੁਤਾਬਕ ਹੀ ਵਡਿਆਈ ਦਿੰਦਾ ਹੈ। ਜਿਸ ਤਰ੍ਹਾਂ ਇੱਕ ਜੀਵ ਹੰਸ ਹੈ, ਇੱਕ ਜੀਵ ਸੂअर ਹੈ। ਜੇਕਰ ਹੰਸ ਨੂੰ ਵਡਿਆਈ ਦਿੱਤੀ ਹੈ, ਪਰਮਾਤਮਾ ਨੇ ਦਿੱਤੀ ਹੈ। ਔਰ ਜੇਕਰ ਸੂअर ਨੂੰ ਨਿਮਨ ਕੋਟੀ ਦਾ ਮੰਨਿਆ ਜਾਂਦਾ ਹੈ, ਇਹ ਵੀ ਪਰਮਾਤਮਾ ਦੀ ਹੀ ਵਡਿਆਈ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਉਸਦੇ ਹੁਕਮ ਦੇ ਅੰਦਰ ਹੀ ਨਿਮਨ ਕੋਟੀ ਦੇ ਜੀਵ ਪੈਦਾ ਹੋਏ ਹਨ, ਉਸਦੇ ਹੁਕਮ ਦੇ ਅੰਦਰ ਹੀ ਉੱਚ ਕੋਟੀ ਦੇ ਜੀਵ ਪੈਦਾ ਹੋਏ ਹਨ, ਔਰ ਉਸਦੇ ਹੁਕਮ ਦੇ ਅੰਦਰ ਹੀ ਸਾਰੇ ਜੀਵਾਂ ਨੂੰ ਸੁੱਖ ਅਤੇ ਦੁੱਖ ਮਿਲਦਾ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਹੈ। ਕਿਸੇ ਜੀਵ ਦੇ ਉੱਪਰ ਕਿਰਪਾ ਹੋ ਗਈ, ਉਸਦੇ ਹੁਕਮ ਦੇ ਅੰਦਰ ਆ ਗਿਆ, ਔਰ ਜਿਹੜਾ ਉਸਦੇ ਹੁਕਮ ਦੇ ਅੰਦਰ ਆ ਗਿਆ ਉਸ ਨੂੰ ਬਖਸ਼ਿਸ਼ ਮਿਲ ਗਈ, ਉਸਦਾ ਆਵਾਗਮਨ ਕਟਿਆ ਗਿਆ। ਔਰ ਜਿਹੜਾ ਉਸਦੇ ਹੁਕਮ ਦੇ ਅੰਦਰ ਨਹੀਂ ਆਇਆ ਉਹ ਹਮੇਸ਼ਾ ਭਵਾਈਏ ਦੀ ਸ਼੍ਰੇਣੀ 'ਚ ਆ ਜਾਂਦਾ ਹੈ, ਉਹ ਹਮੇਸ਼ਾ 84 ਦੇ ਗੇੜ 'ਚ ਆ ਜਾਂਦਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ, ਉਸਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨਾ ਕੋਏ। ਉਸ ਮਹਾਨਿਯਮ ਨੂੰ ਜਿਸਨੇ ਸਮਝ ਲਿਆ, ਉਹ ਮਹਾਨਿਯਮ ਜਿਸ ਦੀ ਸਮਝ 'ਚ ਆ ਗਿਆ, ਉਸਦਾ ਹੰਕਾਰ ਖਤਮ ਹੋ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਦੋਂ ਇਨਸਾਨ ਦਾ ਅਹੰਕਾਰ ਮਿਟ ਜਾਂਦਾ ਹੈ, ਉਦੋਂ ਮੈਂ ਖਤਮ ਹੋ ਜਾਂਦਾ ਹੈ। ਅਤੇ ਜਦੋਂ ਮੈਂ ਖਤਮ ਹੋ ਜਾਂਦਾ ਹੈ, ਫਿਰ ਇਨਸਾਨ ਕਹਿ ਉੱਠਦਾ ਹੈ, ਕਬੀਰ ਤੂ ਤੋ ਕਰਤਾ ਤੂ ਹੁਆ, ਮੁਝ ਮੇਂ ਰਹਾ ਨਾ ਹੂੰ, ਜੋ ਆਪਾ ਪਰ ਕਾ ਮਿਟ ਗਿਆ, ਜਦ ਦੇਖਾ ਤਦ ਤੂੰ। ਫਿਰ ਉਹ ਪ੍ਰਗਟ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।